ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਸਤੰਬਰ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਜ਼ਬੂਰ। ਕੀ ਰੱਬ ਬਿਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਹੈ? ਜਵਾਬੀ ਪੜ੍ਹਾਈ। ਤਵਾਰੀਖ। ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ, ਉਹਦੇ ਤੋਂ ਦੁਆ ਕਰੋ, ਕੌਮਾਂ ਦੇ ਵਿਚਕਾਰ ਉਹਦੇ ਕੰਮਾਂ ਦਾ ਇਸ਼ਤਿਹਾਰ ਦੇਵੋ, ਉਹਦੇ ਹਜ਼ੂਰ ਗਾਓ, ਉਹਦੀ ਮਦਾਸਰਾਈ ਕਰੋ, ਉਹਦੇ ਅਜੀਬ ਕੰਮਾਂ ਦਾ ਚਰਚਾ ਕਰੋ, ਉਹਦੇ ਪਾਕ ਨਾਂ ਉੱਤੇ ਫਖਰ ਕਰੋ। ਜਿਹੜੇ ਰੱਬ ਦੇ ਤਾਲਬ ਨੇ ਉਹਨਾਂ ਦਾ ਦਿਲ ਖੁਸ਼ ਰਵੇ। ਤੁਸੀਂ ਉਹਦੇ ਅਜੀਬ ਕੰਮਾਂ ਨੂੰ ਜਿਹੜੇ ਉਹਨੇ ਕੀਤੇ ਅਤੇ ਉਹਦੇ ਮੁਅਜਜ਼ਿਆਂ ਅਤੇ ਉਹਦੇ ਮੂੰਹ ਦੇ ਆਇਨ ਨੂੰ ਯਾਦ ਰੱਖੋ। ਇਹ ਧਰਤੀ ਦੇ ਸਾਰੇ ਰਹਿਣ ਵਾਲਿਓ, ਖੁਦਾਵੰਦ ਦੇ ਹਜ਼ੂਰ ਗਾਓ, ਹਰ ਰੋਜ਼ ਉਹਦੀ ਮੁਕਤੀ ਦੀ ਖੁਸ਼ਖਬਰੀ ਦਿਓ। ਕੌਮਾਂ ਵਿੱਚ ਉਹਦੇ ਜਲਾਲ ਦਾ, ਸਾਰੇ ਲੋਕਾਂ ਵਿੱਚ ਉਹਦੇ ਅਜੀਬ ਕੰਮਾਂ ਨੂੰ ਬਿਆਨ ਕਰੋ। ਦਰਸੀ ਆਵਾਜ਼ ਬਾਈਬਲ ਵਿੱਚੋਂ। ਇਸਤਸਨਾ। ਖੁਦਾਵੰਦ ਅਸਮਾਨ ਨੂੰ, ਜਿਹੜਾ ਉਹਦਾ ਚੰਗਾ ਖਜ਼ਾਨਾ ਹੈ, ਤੇਰੇ ਲਈ ਖੋਲ੍ਹ ਦੇਵੇਗਾ, ਭਈ ਤੇਰੇ ਮੁਲਕ ਵਿੱਚ ਵੇਲੇ ਨਾਲ ਮੀਂਹ ਵਰਾਏ, ਅਤੇ ਉਹ ਤੇਰੇ ਸਾਰੇ ਕੰਮਾਂ ਵਿੱਚ ਜਿਨ੍ਹਾਂ ਨੂੰ ਤੂੰ ਹੱਥ ਲਾਵੇਂਗਾ ਬਰਕਤ ਦੇਵੇਗਾ। ਅਤੇ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਵੇਂਗਾ, ਪਰ ਖੁਦ ਕਰਜ਼ਾ ਨਹੀਂ ਲਵੇਂਗਾ। ਰੋਮੀਓ। ਵਾਹ, ਰੱਬ ਦੀ ਹਿਕਮਤ ਅਤੇ ਦੌਲਤ ਅਤੇ ਇਲਮ ਕਿੰਨਾ ਹੀ ਅਮੀਕ ਹੈ। ਉਹਦੇ ਫੈਸਲੇ ਕਿੰਨੇ ਅਦਰਾਕ ਤੋਂ ਪਰੇ, ਅਤੇ ਉਹਦੀਆਂ ਰਾਹਾਂ ਕਿੰਨੀਆਂ ਬੇਨਿਸ਼ਾਨ ਨੇ। ਕਿਉਂ ਜੇ ਉਹਦੇ ਵੱਲੋਂ ਅਤੇ ਉਹਦੇ ਪਾਰੋਂ ਅਤੇ ਉਹਦੇ ਲਈ ਸਾਰੀਆਂ ਸ਼ੈਵਾਂ ਨੇ। ਉਹਦੀ ਤਾਰੀਫ ਹਮੇਸ਼ਾ ਤੀਕਰ ਹੁੰਦੀ ਰਹੇ। ਜ਼ਬੂਰ। ਰੱਬ ਦੇ ਰੱਥ 20,000 ਬਲਕਿ ਹਜ਼ਾਰਾਂ ਹਜ਼ਾਰ ਨੇ। ਖੁਦਾਵੰਦ ਧੰਨ ਹੋਵੇ, ਜਿਹੜਾ ਹਰ ਰੋਜ਼ ਸਾਡਾ ਬੋਝ ਚੁੱਕਦਾ ਹੈ। ਉਹੀ ਸਾਡੀ ਮੁਕਤੀ ਦੇਣ ਵਾਲਾ ਰੱਬ ਹੈ। ਖਰੂਜ। ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਮੈਂ ਬਨੀ ਇਸਰਾਈਲ ਦਾ ਬੁੜਬੁੜਾਣਾ ਸੁਣ ਲਿਆ ਹੈ। ਇਸ ਲਈ ਤੂੰ ਉਹਨਾਂ ਨੂੰ ਆਖ ਦੇ, ਭਈ ਸ਼ਾਮ ਨੂੰ ਤੁਸੀਂ ਗੋਸ਼ਤ ਖਾਓਗੇ ਅਤੇ ਸੁਬਾਹ ਨੂੰ ਰੋਟੀ ਨਾਲ ਰੱਜੋਗੇ, ਅਤੇ ਤੁਸੀਂ ਜਾਣ ਲਵੋ ਭਈ ਮੈਂ ਖੁਦਾਵੰਦ ਤੁਹਾਡਾ ਰੱਬ ਵਾਂ। ਅਤੇ ਇੰਝ ਹੋਇਆ ਭਈ ਸ਼ਾਮ ਨੂੰ ਇੰਨੀਆਂ ਬਟੇਰਾਂ ਆਈਆਂ ਭਈ ਉਹਨਾਂ ਦੇ ਖੈਮਾ ਗਾਹ ਨੂੰ ਢੱਕ ਲਿਆ, ਅਤੇ ਸੁਬਾਹ ਨੂੰ ਖੈਮਾ ਗਾਹ ਦੇ ਆਲੇ ਦੁਆਲੇ ਤਰੇਲ ਪਈ ਹੋਈ ਸੀ। ਅਤੇ ਜਦੋਂ ਉਹ ਤਰੇਲ ਜਿਹੜੀ ਪਈ ਹੋਈ ਸੀ ਸੁੱਕ ਗਈ, ਅਤੇ ਕੀ ਵੇਖਦੇ ਨੇ ਭਈ ਬਿਆਬਾਨ ਵਿੱਚ ਇੱਕ ਨਿੱਕੀ ਨਿੱਕੀ ਗੋਲ ਗੋਲ ਸ਼ੈ, ਅਜਿਹੀ ਜਿਵੇਂ ਭਈ ਪਾਲੇ ਦੇ ਦਾਣੇ ਹੁੰਦੇ ਨੇ, ਧਰਤੀ ਉੱਤੇ ਪਈ ਏ। ਬਨੀ ਇਸਰਾਈਲ ਉਹਨੂੰ ਵੇਖ ਕੇ ਆਪਸ ਵਿੱਚ ਆਖਣ ਲੱਗੇ, ਮਨ, ਕਿਉਂ ਜੇ ਉਹ ਨਹੀਂ ਜਾਣਦੇ ਸੀ ਭਈ ਉਹ ਕੀ ਏ। ਫਿਰ ਮੂਸਾ ਨੇ ਆਖਿਆ ਭਈ ਉਹ ਰੋਟੀ ਏ, ਜਿਹੜੀ ਖੁਦਾਵੰਦ ਨੇ ਤੁਹਾਡੇ ਖਾਣ ਨੂੰ ਦਿੱਤੀ ਏ। ਇਸ ਲਈ ਖੁਦਾਵੰਦ ਦਾ ਇਹ ਹੁਕਮ ਹੈ ਭਈ ਤੁਸੀਂ ਉਹਨੂੰ ਆਪਣੇ ਆਪਣੇ ਖਾਣ ਦੀ ਮਿਕਦਾਰ ਦੇ ਮੁਤਾਬਕ, ਯਾਨੀ ਆਪਣੇ ਬੰਦਿਆਂ ਦੀ ਗਿਣਤੀ ਦੇ ਮੁਤਾਬਕ ਫੀ ਕਸ ਇੱਕ ਉਮਰ ਜਮ੍ਹਾਂ ਕਰੋ, ਅਤੇ ਹਰ ਬੰਦਾ ਓਨੇ ਹੀ ਬੰਦਿਆਂ ਲਈ ਜਮ੍ਹਾਂ ਕਰੇ ਜਿੰਨੇ ਉਹਦੇ ਡੇਰੇ ਵਿੱਚ ਹੋਣ। ਬਨੀ ਇਸਰਾਈਲ ਨੇ ਇੰਝ ਹੀ ਕੀਤਾ, ਅਤੇ ਕਿਸੇ ਨੇ ਬਹੁਤਾ ਅਤੇ ਕਿਸੇ ਨੇ ਘੱਟ ਜਮ੍ਹਾਂ ਕੀਤਾ। ਅਤੇ ਜਦੋਂ ਉਹਨਾਂ ਨੇ ਉਹਨੂੰ ਉਮਰ ਨਾਲ ਨਾਪਿਆ, ਅਤੇ ਜਿੰਨੇ ਬਹੁਤਾ ਜਮ੍ਹਾਂ ਕੀਤਾ ਸੀ ਉਹਨੇ ਕੁਝ ਬਹੁਤਾ ਨਾ ਪਾਇਆ, ਅਤੇ ਉਹਦਾ ਜਿਹਨੇ ਘੱਟ ਜਮ੍ਹਾਂ ਕੀਤਾ ਸੀ ਘੱਟ ਨਾ ਹੋਇਆ। ਉਹਨਾਂ ਵਿੱਚੋਂ ਹਰ ਇੱਕ ਨੇ ਉਹਦੀ ਖਾਣ ਦੀ ਮਿਕਦਾਰ ਦੇ ਮੁਤਾਬਕ ਜਮ੍ਹਾਂ ਕੀਤਾ ਸੀ। ਖਰੂਜ। ਫਿਰ ਬਨੀ ਇਸਰਾਈਲ ਦੀ ਸਾਰੀ ਜਮਾਤ ਨਸੀਨ ਦੇ ਜੰਗਲ ਤੋਂ ਟੁਰੀ, ਅਤੇ ਖੁਦਾਵੰਦ ਦੇ ਹੁਕਮ ਦੇ ਮੁਤਾਬਕ ਸਫ਼ਰ ਕਰਦੀ ਹੋਈ ਰੈਫਾਦੀਮ ਵਿੱਚ ਆ ਕੇ ਡੇਰਾ ਕੀਤਾ। ਉੱਥੇ ਉਹਨਾਂ ਲੋਕਾਂ ਨੂੰ ਪੀਣ ਨੂੰ ਪਾਣੀ ਨਾ ਮਿਲਿਆ। ਉੱਥੇ ਉਹ ਲੋਕ ਮੂਸਾ ਨਾਲ ਲੜਾਈ ਕਰਕੇ ਆਖਣ ਲੱਗੇ, ਭਈ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ, ਭਈ ਤੁਸੀਂ ਮੇਰੇ ਨਾਲ ਕਿਉਂ ਲੜਦੇ ਹੋ ਅਤੇ ਖੁਦਾਵੰਦ ਨੂੰ ਕਿਉਂ ਆਜ਼ਮਾਉਂਦੇ ਹੋ। ਉੱਥੇ ਉਹਨਾਂ ਲੋਕਾਂ ਨੂੰ ਬੜੀ ਤਰੇਹ ਲੱਗੀ। ਇਸ ਲਈ ਉਹ ਲੋਕ ਮੂਸਾ ਅੱਗੇ ਬੜਬੜਾਉਣ ਲੱਗੇ ਅਤੇ ਆਖਿਆ, ਭਈ ਤੂੰ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਡੰਗਰਾਂ ਨੂੰ ਤਰਿਆਇਆ ਮਰਨ ਲਈ ਸਾਨੂੰ ਕਿਉਂ ਮੁਲਕੇ ਮਿਸਰ ਤੋਂ ਕੱਢ ਲਿਆਇਆ।
मूसा ने खुदावंद अगे फरियाद करके आख्या, मैं इन्हां लोकां नाल की करां? ਉਹ ਤੇ ਹੁਣੇ ਹੀ ਮੈਨੂੰ ਸੰਸਾਰ ਕਰਨ ਨੂੰ ਤਿਆਰ ਨੇ। ਖੁਦਾਵੰਦ ਨੇ ਮੂਸਾ ਨੂੰ ਆਖਿਆ, ਭਈ ਲੋਕਾਂ ਦੇ ਅੱਗੇ ਹੋ ਕੇ ਟੁਰ ਤੇ ਬਣੀ ਇਸਰਾਈਲ ਦੇ ਬਜ਼ੁਰਗਾਂ ਵਿੱਚੋਂ ਕੁਝ ਨੂੰ ਆਪਣੇ ਨਾਲ ਲੈ ਲਾ, ਤੇ ਜਿਸ ਸੋਟੀ ਨਾਲ ਤੂੰ ਦਰਿਆ ਉੱਤੇ ਮਾਰਿਆ ਸੀ ਉਹਨੂੰ ਆਪਣੇ ਹੱਥ ਵਿੱਚ ਲੈਂਦਾ ਜਾ। ਵੇਖ, ਮੈਂ ਤੇਰੇ ਅੱਗੇ ਜਾ ਕੇ ਉੱਥੇ ਹੋਰੈਬ ਦੀ ਚਟਾਨ ਉੱਤੇ ਖਲੋਤਾ ਰਵਾਂਗਾ, ਤੇ ਤੂੰ ਉਸ ਚਟਾਨ ਉੱਤੇ ਮਾਰੀ ਤੇ ਉਹਦੇ ਵਿੱਚੋਂ ਪਾਣੀ ਨਿਕਲੇਗਾ ਭਈ ਇਹ ਲੋਕ ਪੀਣ। ਇਸ ਲਈ ਮੂਸਾ ਨੇ ਬਣੀ ਇਸਰਾਈਲ ਦੇ ਬਜ਼ੁਰਗਾਂ ਦੇ ਸਾਹਮਣੇ ਇੰਝ ਹੀ ਕੀਤਾ, ਤੇ ਉਹਨੇ ਉਸ ਥਾਂ ਦਾ ਨਾਮ ਮਤਸਾ ਤੇ ਮਰੀਬਾ ਰੱਖਿਆ, ਕਿਉਂ ਜੇ ਬਣੀ ਇਸਰਾਈਲ ਨੇ ਉੱਥੇ ਲੜਾਈ ਕੀਤੀ ਤੇ ਇਹ ਆਖ ਕੇ ਖੁਦਾਵੰਦ ਦਾ ਇਮਤਿਹਾਨ ਲਿਆ ਭਈ ਖੁਦਾਵੰਦ ਸਾਡੇ ਵਿਚਕਾਰ ਹੈ ਜਾਂ ਨਹੀਂ। ਯਸਾਇਆ। ਤੇ ਖੁਦਾਵੰਦ ਹਮੇਸ਼ਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰੁਝਾਵੇਗਾ ਤੇ ਤੇਰੀ ਹੱਡੀਆਂ ਨੂੰ ਤਾਕਤ ਬਖਸ਼ੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੇ ਕਮਜ਼ੋਰੀ ਤੋਂ ਦੂਰ ਕਰਦਾ ਰਿਹਾ। ਮੱਤੀ। ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ। ਮੱਤੀ। ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਉਹ ਬੀਜਦੇ ਨੇ, ਨਾ ਉਹ ਵਾਢੀ ਕਰਦੇ ਨੇ, ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਹੈ। ਕੀ ਤੁਸੀਂ ਉਹਨਾਂ ਨਾਲੋਂ ਬਹੁਤੀ ਕਦਰ ਨਹੀਂ ਰੱਖਦੇ? ਜੰਗਲੀ ਸੋਸਨ ਦੇ ਦਰਖਤਾਂ ਨੂੰ ਧਿਆਨ ਨਾਲ ਵੇਖੋ ਭਈ ਉਹ ਕਿਵੇਂ ਵੱਧਦੇ ਨੇ। ਉਹ ਨਾ ਮਿਹਨਤ ਕਰਦੇ ਨੇ, ਨਾ ਕੱਤਦੇ ਨੇ। ਫਿਰ ਵੀ ਮੈਂ ਤੁਹਾਨੂੰ ਆਖਦਾ ਵਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਤਰ੍ਹਾਂ ਮੁਲੱਬਸ ਨਹੀਂ ਸੀ। ਯੋਹੰਨਾ। ਸੁਬਹ ਹੁੰਦਿਆਂ ਹੀ ਯਿਸੂ ਕੰਢੇ ਉੱਤੇ ਆ ਖਲੋਤਾ, ਪਰ ਚੇਲਿਆਂ ਨੇ ਉਹਨੂੰ ਨਾ ਪਛਾਣਿਆ ਭਈ ਇਹ ਯਿਸੂ ਹੀ ਹੈ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਬੱਚੋ, ਤੁਹਾਡੇ ਕੋਲ ਕੁਝ ਖਾਣ ਨੂੰ ਹੈ? ਉਹਨਾਂ ਨੇ ਜਵਾਬ ਦਿੱਤਾ, ਨਹੀਂ। ਉਹਨੇ ਉਹਨਾਂ ਨੂੰ ਆਖਿਆ, ਕਸ਼ਤੀ ਦੇ ਸੱਜੇ ਪਾਸੇ ਜਾਲ ਸੁੱਟੋ ਤੇ ਫੜੋਗੇ। ਇਸ ਲਈ ਉਹਨਾਂ ਨੇ ਜਾਲ ਸੁੱਟਿਆ ਤੇ ਮੱਛਲੀਆਂ ਦੀ ਕਸਰਤ ਦੇ ਪਾਰੋਂ ਫੇਰ ਖਿੱਚ ਨਾ ਸਕੇ। ਮਿਸਾਲ। ਮਸ਼ਵਰਤ ਤੇ ਹਮਾਇਤ ਮੇਰੀਆਂ ਨੇ, ਫਹਿਮ ਮੈਂ ਹੀ ਹਾਂ। ਮੇਰੇ ਵਿੱਚ ਕੁਦਰਤ ਹੈ, ਦੌਲਤ ਤੇ ਇੱਜ਼ਤ ਮੇਰੇ ਨਾਲ ਨੇ, ਬਲਕਿ ਦਾਇਮੀ ਦੌਲਤ ਤੇ ਸਦਾਕਤ ਵੀ। ਮੇਰਾ ਫਲ ਸੋਨੇ ਤੋਂ ਬਲਕਿ ਕੁੰਦਨ ਤੋਂ ਵੀ ਚੰਗਾ ਹੈ ਤੇ ਮੇਰਾ ਹਾਸਲ ਖਾਲਸ ਚਾਂਦੀ ਹੈ। ਮੈਂ ਸਦਾਕਤ ਦੀ ਰਾਹ ਤੇ ਇਨਸਾਫ ਦੀਆਂ ਰਾਹਾਂ ਉੱਤੇ ਟੁਰਦੀ ਹਾਂ, ਤਾਂ ਜੋ ਮੈਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਮਾਲ ਦੇ ਵਾਰਸ ਬਣਾਵਾਂ ਤੇ ਉਹਨਾਂ ਦੇ ਖਜ਼ਾਨਿਆਂ ਨੂੰ ਭਰ ਦੇਵਾਂ। ਫਿਲਪੀਓ। ਮੇਰਾ ਰੱਬ ਆਪਣੀ ਦੌਲਤ ਦੇ ਮੁਤਾਬਕ ਜਲਾਲ ਨਾਲ ਮਸੀਹ ਯਿਸੂ ਵਿੱਚ ਤੁਹਾਡੀ ਹਰ ਮੁਹਤਾਜੀ ਦੂਰ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਲਾਮੁਤਨਾਹੀ ਇਕੱਲਾ ਹਯਾਤੀ, ਮਵਾਦ, ਰੂਹ ਜਾਂ ਜਿੰਦ ਇਨਸਾਨ ਨੂੰ ਸ਼ਾਮਲ ਕਰਕੇ ਕਾਇਨਾਤ ਦੀ ਇਕੱਲੀ ਜ਼ਹਾਨਤ ਹੈ। ਸਵਾਲ, ਮਵਾਦ ਕੀ ਹੈ? ਜਵਾਬ, ਮਵਾਦ ਉਹ ਹੈ ਜਿਹੜਾ ਅਬਦੀ ਹੈ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਹੈ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਇਸਤੇਮਾਲ ਕਰਦਾ ਹੈ। ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਹੈ। ਰੂਹ ਜਿਹੜੀ ਅਕਲ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਹੈ, ਇਕੱਲਾ ਹੀ ਅਸਲੀ ਮਵਾਦ ਹੈ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਹੈ, ਇੱਕ ਇਕੱਠਾ ਖਿਆਲ ਹੈ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਹੈ। ਕ੍ਰਿਸਚਨ ਸਾਇੰਸ ਵਿੱਚ ਮਵਾਦ ਨੂੰ ਰੂਹ ਸਮਝਿਆ ਜਾਂਦਾ ਹੈ, ਜਦਕਿ ਕ੍ਰਿਸਚਨ ਸਾਇੰਸ ਦੇ ਮੁਖਾਲਫ ਮਵਾਦ ਨੂੰ ਮਾਦਾ ਮੰਨਦੇ ਨੇ। ਉਹ ਮਾਦੇ ਨੂੰ ਕਿਸੇ ਸ਼ੈ ਦੇ ਤੌਰ ਦੇ ਉੱਤੇ ਤੇ ਕਰੀਬ ਸਿਰਫ ਇੱਕ ਹੀ ਸ਼ੈ ਸਮਝਦੇ ਨੇ ਤੇ ਉਹਨੂੰ ਅਜਿਹੀ ਸ਼ੈ ਸਮਝਦੇ ਨੇ
ਜਿਹੜੀ ਅਦਮ ਵਾਂਗਰ ਰੂਹ ਰੱਖਦੀ ਹੋਵੇ ਜਾਂ ਜਿਹੜੀ ਰੋਜ਼ਾਨਾ ਦੇ ਤਜਰਬਿਆਂ ਤੋਂ ਤਲਫ ਕਰ ਦਿੱਤੀ ਗਈ ਹੋਵੇ। ਕ੍ਰਿਸਚਨ ਸਾਇੰਸ ਇਹਦੇ ਬਿਲਕੁਲ ਉਲਟ ਨਜ਼ਰੀਆ ਰੱਖਦੀ ਏ। ਰੂਹ ਹੀ ਇਕੱਲਾ ਮਵਾਦ ਏ, ਯਾਨੀ ਦੀਦਾ ਤੇ ਨਾ ਦੀਦਾ ਲਾਮਹਿਦੂਦ ਰੱਬ। ਰੂਹਾਨੀ ਤੇ ਅਬਦੀ ਸਾਰੀਆਂ ਸ਼ੈਵਾਂ ਹਕੀਕੀ ਨੇ, ਮਾਦੀ ਤੇ ਆਰਜ਼ੀ ਸ਼ੈਵਾਂ ਗੈਰ ਮਾਦੀ ਨੇ। ਪਦਾਇਸ਼ 1 ਬਾਬ 11 ਆਇਤ। ਤੇ ਰੱਬ ਨੇ ਆਖਿਆ, ਧਰਤੀ ਘਾਹ ਤੇ ਬੀਜਦਾਰ ਬੂਟੀਆਂ ਨੂੰ ਤੇ ਫਲਦਾਰ ਦਰਖਤਾਂ ਨੂੰ ਜਿਹੜੇ ਆਪਣੀ ਆਪਣੀ ਜਿਨਸ ਦੇ ਮੁਤਾਬਕ ਵਧਣ ਤੇ ਜਿਹੜੇ ਧਰਤੀ ਉੱਤੇ ਆਪਣੇ ਆਪ ਵਿੱਚ ਬੀਜ ਰੱਖਣ ਉਗਾਵੇ, ਤੇ ਇੰਜ ਹੀ ਹੋਇਆ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਕੂਵਤ ਦੀ ਅਕਾਸੀ ਕਰਦਾ ਏ, ਜਿਹੜਾ ਸਿਆਣ ਦੀਆਂ ਕਸੀਰ ਸੂਰਤਾਂ ਨੂੰ ਦੁਬਾਰਾ ਪੈਦਾ ਕਰਦਾ ਏ ਤੇ ਮੁਰੱਕਬ ਖਿਆਲ ਯਾਨੀ ਇਨਸਾਨ ਦੀ ਵੱਧਦੀ ਹੋਈ ਤਾਦਾਦ ਉੱਤੇ ਹੁਕਮਰਾਨੀ ਕਰਦਾ ਏ। ਦਰਖਤ ਤੇ ਬੂਟੀ ਖੁਦ ਦੀ ਕਿਸੇ ਪੈਦਾਵਾਰੀ ਤਾਕਤ ਦੇ ਪਾਰੋਂ ਫਲ ਪੈਦਾ ਨਹੀਂ ਕਰਦੇ, ਬਲਕਿ ਉਸ ਸਿਆਣ ਦੇ ਪਾਰੋਂ ਮੁਨਕਸ ਹੁੰਦੇ ਨੇ ਜਿਹਦੇ ਵਿੱਚ ਸਭ ਕੁਝ ਸ਼ਾਮਲ ਏ। ਇੱਕ ਮਾਦੀ ਜੱਗ ਫਾਨੀ ਸਿਆਣ ਤੇ ਇਨਸਾਨ ਨੂੰ ਖਾਲਕ ਦਾ ਮਫਹੂਮ ਦਿੰਦਾ ਏ। ਸਾਇੰਸੀ ਇਲਾਹੀ ਤਖਲੀਕ ਲਾਫਾਨੀ ਸਿਆਣ ਤੇ ਰੱਬ ਦੇ ਤਖਲੀਕ ਕਰਦਾ ਸੰਸਾਰ ਦਾ ਐਲਾਨ ਕਰਦੀ ਏ। ਲਾਮਤਨਾਹੀ ਸਿਆਣ ਅਬਦੀਅਤ ਦੇ ਜ਼ਹਿਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਤੇ ਉਹਨਾਂ ਉੱਤੇ ਹੁਕੂਮਤ ਕਰਦੀ ਏ। ਸਾਰਿਆਂ ਦਾ ਇਹ ਇਲਾਹੀ ਅਸੂਲ ਉਹਦੀ ਤਖਲੀਕ ਦੀ ਪੂਰੀ ਸਾਇੰਸ ਤੇ ਆਰਟ ਤੇ ਇਨਸਾਨ ਤੇ ਸੰਸਾਰ ਦੀ ਲਾਫਾਨੀਅਤ ਨੂੰ ਜ਼ਾਹਿਰ ਕਰਦਾ ਏ। ਤਖਲੀਕ ਹਮੇਸ਼ਾ ਤੋਂ ਜ਼ਾਹਿਰ ਹੁੰਦੀ ਏ ਤੇ ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਿਰ ਹੋਣਾ ਜਾਰੀ ਰੱਖਣਾ ਚਾਹੀਦਾ ਹੈ। ਇਨਸਾਨੀ ਫਹਿਮ ਇਸ ਜ਼ਹੂਰ ਨੂੰ ਉਲਟ ਕਰ ਦਿੰਦਾ ਹੈ ਤੇ ਖਿਆਲਾਂ ਨੂੰ ਮਾਦੀ ਆਖਦਾ ਹੈ। ਇਸ ਲਈ ਗਲਤ ਤਸ਼ਰੀਹ ਦੇ ਨਾਲ ਇਲਾਹੀ ਖਿਆਲ ਇਨਸਾਨੀ ਜਾਂ ਮਾਦੀ ਅਕੀਦੇ ਦੇ ਮਿਆਰ ਤੀਕਰ ਡਿੱਗਦਾ ਵਿਖਾਲੀ ਦਿੰਦਾ ਹੈ, ਜਿਹਨੂੰ ਮਾਦੀ ਇਨਸਾਨ ਆਖਿਆ ਜਾਂਦਾ ਹੈ। ਪਰ ਬੀਜ ਇਹਦੇ ਅੰਦਰ ਹੀ ਏ। ਬਸ ਇੰਝ ਹੀ ਜਿਵੇਂ ਇਲਾਹੀ ਸਿਆਣ ਸਭ ਕੁਝ ਏ ਤੇ ਸਭ ਕੁਝ ਪੈਦਾ ਕਰਦੀ ਏ, ਜਿਵੇਂ ਸਿਆਣ ਕਸੀਰ ਕਰਨ ਵਾਲੀ ਏ ਤੇ ਸਿਆਣ ਦਾ ਲਾਮਤਨਾਹੀ ਖਿਆਲ ਇਨਸਾਨ ਤੇ ਸੰਸਾਰ ਦੀ ਪੈਦਾਵਾਰ ਏ। ਵਾਹਦ ਜ਼ਹਾਨਤ ਜਾਂ ਸੋਚ ਦਾ ਮਵਾਦ ਇੱਕ ਬੀਜ ਜਾਂ ਇੱਕ ਫੁੱਲ ਰੱਬ ਏ ਜਿਹੜਾ ਇਹਦਾ ਖਾਲਕ ਏ। ਸਿਆਣ ਸਾਰਿਆਂ ਦੀ ਜਾਨ ਏ। ਸਿਆਣ ਹਯਾਤੀ, ਸੱਚਾਈ ਤੇ ਮੁਹੱਬਤ ਏ ਜਿਹੜੀ ਸਾਰਿਆਂ ਉੱਤੇ ਹੁਕੂਮਤ ਕਰਦੀ ਏ। ਜਾਨ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਇਨਸਾਨ ਦੇ ਨਾਲ ਰੱਬ ਦੇ ਸਾਇੰਸੀ ਤਾਲੁਕ ਵਿੱਚ ਅਸੀਂ ਵੇਖਦੇ ਹਾਂ ਵੀ ਜਿਹੜਾ ਕੋਈ ਇੱਕ ਨੂੰ ਬਰਕਤ ਦਿੰਦਾ ਹੈ ਉਹ ਸਾਰਿਆਂ ਨੂੰ ਬਰਕਤ ਦਿੰਦਾ ਹੈ। ਜਿਵੇਂ ਯਿਸੂ ਨੇ ਰੋਟੀਆਂ ਤੇ ਮਛਲੀਆਂ ਦੇ ਪਾਰੋਂ ਜ਼ਾਹਿਰ ਕੀਤਾ ਭਈ ਮੁਹੱਈਆ ਕਰਨ ਦਾ ਵਸੀਲਾ ਰੂਹ ਏ, ਨਾ ਕਿ ਮਾਦਾ। ਰੂਹ ਮੁਨਾਸਬ ਤੌਰ 'ਤੇ ਹਰ ਸ਼ੈ ਨੂੰ ਰੁਝਾਉਂਦਾ ਤੇ ਮਲਬੂਸ ਕਰਦਾ ਹੈ। ਜਦੋਂ ਇਹ ਰੂਹਾਨੀ ਮਖਲੂਕ ਦੀ ਲਾਈਨ ਵਿੱਚ ਇੰਜ ਸ਼ਫਕਤ ਦੇ ਨਾਲ ਰੱਬ ਦੀ ਪਦਰੀਅਤ ਤੇ ਮਮਤਾ ਵਿਖਾਉਂਦਿਆਂ ਹੋਏ ਜ਼ਾਹਰ ਹੁੰਦਾ ਹੈ। ਕੀ ਸਾਨੂੰ ਕਿਸੇ ਫਵਾਰੇ ਦੇ ਸਾਹਮਣੇ ਮਿੰਨਤ ਕਰਨੀ ਚਾਹੀਦੀ ਏ ਜਿਹੜਾ ਸਾਡੀ ਉਮੀਦ ਤੋਂ ਬਹੁਤਾ ਪਾਣੀ ਦੇ ਰਿਹਾ ਹੋਵੇ? ਨਾ ਆਖੀ ਹੋਈ ਤਾਂਘ ਸਾਨੂੰ ਸਾਰੀ ਵਜੂਦੀਅਤ ਤੇ ਫਜ਼ਲ ਦੇ ਮੰਬਾ ਦੇ ਹੋਰ ਨੇੜੇ ਲੈ ਜਾਂਦੀ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਹੈ। ਧਰਤੀ ਰੱਬ ਦੇ ਹੁਕਮ ਉੱਤੇ ਇਨਸਾਨ ਦੇ ਵਰਤਣ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਾਨ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਤੇ ਪੀਵਾਂਗੇ। ਆਪਣੇ ਖਾਲਕ ਦਾ ਇਸਤਹਿਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ ਉਹਨੂੰ ਸਮਝਦਿਆਂ ਹੋਏ ਭਈ ਉਹ ਇੰਝ ਹੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ ਜਿਵੇਂ ਉਹ ਸੋਸਨ ਦੇ ਫੁੱਲਾਂ ਨਾਲ ਕਰਦਾ ਏ। ਮਸੀਹ ਸੱਚਾਈ ਬਸ਼ਰ ਨੂੰ ਉਸ ਵੇਲੇ ਤੀਕਰ ਆਰਜ਼ੀ ਖੁਰਾਕ ਤੇ ਕੱਪੜੇ ਫਰਾਹਮ ਕਰਦਾ ਏ ਜਦੋਂ ਤੀਕਰ ਮਾਦਾ ਨਮੂਨੇ ਦੇ ਨਾਲ ਤਬਦੀਲ ਹੋ ਕੇ ਗਾਇਬ ਨਹੀਂ ਹੋ ਜਾਂਦਾ ਤੇ ਰੂਹਾਨੀ ਤੌਰ 'ਤੇ ਮਲਬੂਸ ਤੇ ਰੱਜ ਜਾਂਦਾ ਏ। ਮੁਕੱਦਸ ਪੌਲੁਸ ਆਖਦਾ ਏ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ। ਯਿਸੂ ਨੇ ਆਖਿਆ, ਇਹ ਛੋਟੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਭਈ ਤੁਹਾਨੂੰ ਬਾਦਸ਼ਾਹੀ ਦੇਵੇ। ਇਹੀ ਸੱਚਾਈ ਕ੍ਰਿਸਚਨ ਸਾਇੰਸ ਏ। ਕਿਉਂ ਜੇ ਸੱਚਾਈ ਲਾਮਹਿਦੂਦ ਗਲਤੀ ਨੂੰ
ਅਦਮ ਸਮਝਿਆ ਜਾਣਾ ਚਾਹੀਦਾ ਹੈ, ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਕ ਹੈ, ਗਲਤੀ ਸੱਚਾਈ ਦੇ ਖਿਲਾਫ ਕੋਈ ਤਾਕਤ ਨਹੀਂ ਰੱਖਦੀ। ਆਪਣੇ ਤਾਲਬੇ ਇਲਮਾਂ ਨੂੰ ਸੱਚਾਈ ਦੇ ਕਾਦਰ ਮੁਤਲਕ ਦੀ ਤਾਲੀਮ ਦਿਓ, ਜਿਹੜਾ ਗਲਤੀ ਦੀ ਕਮਜ਼ੋਰੀ ਨੂੰ ਬਿਆਨ ਕਰਦਾ ਹੈ। ਇਲਾਹੀ ਕਾਦਰ ਮੁਤਲਕ ਦੀ ਸਮਝ ਇੱਥੋਂ ਤੀਕਰ ਪਈ ਇੱਕ ਦਰਜੇ ਉੱਤੇ ਡਰ ਨੂੰ ਤਬਾਹ ਕਰ ਦਿੰਦੀ ਏ ਤੇ ਪੈਰਾਂ ਨੂੰ ਸੱਚਾਈ ਦੀ ਰਾਹ ਉੱਤੇ ਟੋਰਦੀ ਏ, ਉਸ ਰਾਹ ਉੱਤੇ ਜਿਹੜੀ ਹੱਥਾਂ ਦੇ ਬਗੈਰ ਬਣੇ ਹੋਏ ਘਰ ਵੱਲ ਲੈ ਜਾਂਦੀ ਏ, ਯਾਨੀ ਅਸਮਾਨਾਂ ਉੱਤੇ ਅਬਦੀ ਘਰ ਵੱਲ। ਇਲਾਹੀ ਮੁਹੱਬਤ ਮੇਰਾ ਚੁਪਾਨ ਏ, ਮੈਨੂੰ ਕਮੀ ਨਾ ਹੋਵੇਗੀ। ਮੁਹੱਬਤ ਮੈਨੂੰ ਹਰੀ ਹਰੀ ਚਰਾਗਾਹਾਂ ਵਿੱਚ ਬਿਠਾਉਂਦਾ ਹੈ। ਮੁਹੱਬਤ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਹੈ। ਮੁਹੱਬਤ ਮੇਰੀ ਜਾਨ ਰੂਹਾਨੀ ਫਹਿਮ ਨੂੰ ਬਹਾਲ ਕਰਦਾ ਹੈ। ਮੁਹੱਬਤ ਮੈਨੂੰ ਆਪਣੇ ਨਾਂ ਦੀ ਖਾਤਰ ਸਦਾਕਤ ਦੀਆਂ ਰਾਹਾਂ ਉੱਤੇ ਲੈ ਟੁਰਦਾ ਹੈ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੇਰਾ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਮੁਹੱਬਤ ਮੇਰੇ ਨਾਲ ਹੈ। ਮੁਹੱਬਤ ਦਾ ਅਸਾ ਤੇ ਮੁਹੱਬਤ ਦੀ ਲਾਠੀ ਤੋਂ ਮੈਨੂੰ ਤਸੱਲੀ ਹੈ। ਮੁਹੱਬਤ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਂਦਾ ਹੈ। ਮੁਹੱਬਤ ਨੇ ਮੇਰੇ ਸਿਰ ਉੱਤੇ ਤੇਲ ਮਲਿਆ ਹੈ, ਮੇਰਾ ਪਿਆਲਾ ਭਰ ਜਾਂਦਾ ਹੈ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ। ਮੈਂ ਹਮੇਸ਼ਾ ਮੁਹੱਬਤ ਦੇ ਘਰ ਵਿੱਚ ਸ਼ਾਉਰ ਵਿੱਚ ਸਕੂਨਤ ਕਰਾਂਗਾ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਕਿ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਜਾਰਹਾਨਾ ਜ਼ੀਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।